ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ। ਮਾਸਟਰ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ 2015-16 ਦਾ ਕੁਐਸਚਨ ਪੇਪਰ ਅਸੀਂ ਹੱਲ ਕਰਾਂਗੇ ਜੀ। ਔਰ ਤਾਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ, ਸਾਡੇ ਭਾਰਤੀ ਸੰਵਿਧਾਨ ਵਿੱਚ ਕਿਹੜੀ ਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈਗੀ ਹੈ ਜੀ। ਤਾਂ ਇਹ ਹੈਗੀ ਜੀ 8ਵੀਂ ਅਨੁਸੂਚੀ, ਜਿਸ ਵਿੱਚ ਕੁੱਲ 22 ਜਿਹੜੀਆਂ ਲੈਂਗੁਏਜ ਨੇ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਨੇ। ਔਰ ਜੇਕਰ ਅਸੀਂ ਗੱਲ ਕਰੀਏ 10ਵੀਂ ਅਨੁਸੂਚੀ ਦੀ, ਤਾਂ ਇਹ ਹੈਗੀ ਜੀ ਦਲ ਬਦਲੀ ਕਾਨੂੰਨ ਨਾਲ ਸੰਬੰਧਿਤ, ਜਿਸ ਨੂੰ ਕਿ ਆਇਆ ਰਾਮ ਔਰ ਗਿਆ ਰਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ। ਔਰ ਜੇਕਰ ਅਸੀਂ ਗੱਲ ਕਰੀਏ 7ਵੀਂ ਅਨੁਸੂਚੀ ਦੀ, ਤਾਂ ਇਹ ਹੈਗੀ ਜੀ ਸਾਡੇ ਸੰਵਿਧਾਨ ਵਿੱਚ ਜਿਹੜੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਜਿਵੇਂ ਜੀ ਆਪਣੀ ਕੇਂਦਰੀ ਸੂਚੀ, ਰਾਜ ਸੂਚੀ ਔਰ ਸਮਵਰਤੀ ਸੂਚੀ। ਤਾਂ ਇਹ ਤਿੰਨ ਭਾਗ ਵਿੱਚ ਵੰਡਿਆ ਗਿਆ ਜੀ ਸ਼ਕਤੀਆਂ ਨੂੰ, ਸਰਕਾਰ ਦੀਆਂ ਨੂੰ। ਔਰ ਜੇਕਰ ਅਸੀਂ ਗੱਲ ਕਰੀਏ 9ਵੀਂ ਅਨੁਸੂਚੀ ਦੀ, ਤਾਂ ਇਹ ਜ਼ਮੀਨੀ ਟੈਕਸ ਨਾਲ ਸੰਬੰਧਿਤ ਹੈਗੀ ਹੈ ਜੀ। ਔਰ ਸੈਕਿੰਡ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਆਰਟੀਕਲ 51A ਤੋਂ ਕੀ ਭਾਵ ਹੈ ਜੀ। ਤਾਂ ਇਹ ਹੈਗਾ ਜੀ ਫੰਡਾਮੈਂਟਲ ਜਿਹੜੀਆਂ ਡਿਊਟੀ ਹੈਗੀਆਂ ਜੀ 51A ਦੇ ਵਿੱਚ, ਆਰਟੀਕਲ 51A ਵਿੱਚ, ਜਿਸ ਵਿੱਚ ਫੰਡਾਮੈਂਟਲ ਡਿਊਟੀ ਬਾਰੇ ਗੱਲ ਕੀਤੀ ਗਈ ਹੈ ਜੀ। ਔਰ ਜਿਸ ਵਿੱਚ ਕੁੱਲ 11 ਜਿਹੜੀਆਂ ਡਿਊਟੀਆਂ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਨੇ। ਔਰ ਤੀਸਰਾ ਕੁਐਸਚਨ ਹੈਗਾ ਜੀ ਕਿ ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਜੀ। ਤਾਂ ਇਹ ਹੈਗਾ ਜੀ 42ਵੀਂ ਸੋਧ ਐਕਟ 1976 ਨੂੰ ਹੋਈ ਸੀ ਜਿਹੜੀ ਜੀ, ਉਸ ਵਿੱਚ ਜਿਹੜਾ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਜੀ। ਤਾਂ ਅੱਗੇ ਦੇਖਦੇ ਹਾਂ ਜੀ ਚੌਥਾ ਕੁਐਸਚਨ ਜੀ, ਤਾਂ ਇਸ ਵਿੱਚ ਕੇਸ਼ਵਾਨੰਦ ਭਾਰਤੀ ਕਿਸ ਸੰਬੰਧਿਤ ਹੈ ਜੀ। ਤਾਂ ਇਹ ਦੱਸਣਾ ਹੈਗਾ ਜੀ ਕਿਸ ਨਾਲ ਸੰਬੰਧਿਤ ਹੈਗਾ ਜੀ। ਤਾਂ ਇਹ ਹੈਗਾ ਜੀ ਸਾਡੇ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨਾਲ ਸੰਬੰਧਿਤ ਹੈਗਾ ਜੀ ਇਹ ਕੇਸ਼ਵਾਨੰਦ ਭਾਰਤੀ ਕੇਸ। ਔਰ ਪੰਜਵਾਂ ਕੁਐਸਚਨ ਹੈਗਾ ਜੀ, ਜੇ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ 14 ਤਸਦੀਕ ਕਰਦਾ ਹੈ ਜੀ। ਆਰਟੀਕਲ 14 ਕੀ ਤਸਦੀਕ ਕਰਦਾ ਜੀ। ਤਾਂ ਇਹ ਕਰਦਾ ਜੀ ਆਪਣਾ, ਇਹਦਾ ਹੈਗਾ ਜੀ ਸੀ ਕੁਐਸਚਨ ਜੀ, ਸੀ ਆਨਸਰ ਹੈਗਾ ਜੀ ਇਸ ਦਾ, ਸਮਾਨਤਾ ਦੇ ਅਧਿਕਾਰ ਨੂੰ ਸੰਵਿਧਾਨ ਦੇ 14ਵੇਂ ਆਰਟੀਕਲ ਵਿੱਚ ਕਿਹਾ ਗਿਆ ਜੀ ਕਿ ਸਭ ਨੂੰ ਆਪਣੇ ਸਮਾਨਤਾ ਦਿੱਤੀ ਗਈ ਹੈ ਜੀ। ਔਰ ਕੋਈ ਵੀ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਕਿਸੇ ਧਰਮ, ਲਿੰਗ, ਜਾਤ ਦੇ ਆਧਾਰ 'ਤੇ ਵੱਡਾ ਜਾਂ ਛੋਟਾ ਨਹੀਂ ਸਮਝਿਆ ਜਾਵੇਗਾ ਜੀ। ਔਰ ਇਸ ਦਾ ਸਹੀ ਆਨਸਰ ਹੈ ਜੀ ਸੀ। ਔਰ ਛੇਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਜੀ, ਤਾਂ ਇਸ ਵਿੱਚ ਮੰਡਲ ਕਮਿਸ਼ਨ ਕੇਂਦਰਿਤ ਹੈਗਾ ਜੀ। ਮੰਡਲ ਕਮਿਸ਼ਨ ਕਿਸ ਨਾਲ ਸੰਬੰਧਿਤ ਹੈਗਾ। ਤਾਂ ਇਹ ਹੈਗਾ ਜੀ ਸਾਡੇ ਪਿਛੜੇ ਵਰਗਾਂ ਨਾਲ ਜੀ, ਬੈਕਵਰਡ ਕਲਾਸਿਸ ਨਾਲ ਸੰਬੰਧਿਤ ਹੈਗਾ ਜੀ ਮੰਡਲ ਕਮਿਸ਼ਨ। ਔਰ ਸੱਤਵਾਂ ਕੁਐਸਚਨ ਹੈਗਾ ਜੀ, ਵਾਟ ਇਜ਼ ਦਾ ਕੰਡੀਸ਼ਨ ਆਫ ਲਾ, ਕਿ ਕਾਨੂੰਨ ਦੀ ਕੀ ਸ਼ਰਤ ਹੈਗੀ ਹੈ ਜੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਨੂੰਨ ਸਪਸ਼ਟ ਵੀ ਹੋਣਾ ਚਾਹੀਦਾ ਜੀ, ਵਾਸਤਵਿਕ ਵੀ ਹੋਣਾ ਚਾਹੀਦਾ, ਔਰ ਕੀ ਕਾਲਪਨਿਕ ਹੋਣਾ ਚਾਹੀਦਾ ਜੀ, ਨਹੀਂ ਹੋਣਾ ਚਾਹੀਦਾ। ਤਾਂ ਇਸ ਦਾ ਆਨਸਰ ਹੈ ਜੀ ਡੀ, ਕਿ ਇਹ ਸ਼ਰਤ ਸਪਸ਼ਟ ਵੀ ਹੋਣਾ ਚਾਹੀਦਾ ਜੀ ਔਰ ਵਾਸਤਵਿਕ ਵੀ ਹੋਣਾ ਚਾਹੀਦਾ ਜੀ। ਤਾਂ ਅੱਠਵਾਂ ਕੁਐਸਚਨ ਹੈਗਾ ਜੀ, ਆਰਥਿਕ ਸਮਾਨਤਾ ਨੂੰ ਕੌਣ ਤਰਜੀਹ ਦਿੰਦਾ ਜੀ, ਕਿ ਇਕਨੋਮਿਕ ਕੁਐਲਿਟੀ ਦੀ ਕੌਣ ਗੱਲ ਕਰਦਾ ਜੀ। ਤਾਂ ਇਹ ਤੁਹਾਨੂੰ ਪਤਾ ਹੀ ਹੋਵੇਗਾ ਜੀ, ਇਹ ਮਾਰਕਸਵਾਦੀ ਕਰਦੇ ਹੈਗੇ ਜੀ। ਔਰ ਜਿਸ ਵਿੱਚ ਕਾਰਲ ਮਾਰਕਸ ਕਹਿੰਦੇ ਹੈਗੇ ਕਿ ਪੂੰਜੀਵਾਦੀ ਔਰ ਜਿਹੜੀ ਗਰੀਬ ਲੋਕਾਂ ਜੀ, ਉਹਨਾਂ ਵਿੱਚ ਉਹਨਾਂ ਦੀ ਆਰਥਿਕ ਸਮਾਨਤਾ ਮਿਲਣੀ ਚਾਹੀਦੀ ਹੈ ਜੀ। ਔਰ ਪੂੰਜੀਵਾਦੀਆਂ ਦਾ ਧਨ ਜਿਹੜਾ ਖੋਹ ਕੇ ਜਿਹੜਾ ਗਰੀਬ ਲੋਕਾਂ ਨੂੰ ਵਿੱਚ ਵੰਡਿਆ ਜਾਵੇ ਜੀ, ਉਹ ਕਹਿੰਦੇ ਹੈਗੇ ਆ। ਔਰ ਨੌਵਾਂ ਕੁਐਸਚਨ ਹੈਗਾ ਜੀ ਕਿ ਸ਼ਬਦ ਜਸਟਿਸ ਕਿਸ ਭਾਸ਼ਾ ਤੋਂ ਲਿਆ ਗਿਆ ਜੀ। ਤਾਂ ਇਹ ਸ਼ਬਦ ਲਿਆ ਗਿਆ ਜੀ ਸਾਡੇ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਜੀ, ਜਿਸ ਦਾ ਜਸਟਿਸ ਦਾ ਅਰਥ ਹੈਗਾ ਜੀ ਜੋੜਨਾ। ਔਰ ਇਸ ਤੋਂ ਬਾਅਦ ਹੈ ਜੀ 10ਵਾਂ ਕੁਐਸਚਨ, ਜਿਸ ਵਿੱਚ DMK ਪਾਰਟੀ ਕਿਸ ਰਾਜ ਨਾਲ ਸੰਬੰਧਿਤ ਹੈਗੀ ਹੈ ਜੀ। ਤਾਂ ਇਹ ਹੈਗਾ ਜੀ ਤਾਮਿਲਨਾਡੂ ਰਾਜ ਨਾਲ ਸੰਬੰਧਿਤ ਹੈਗੀ ਜੀ DMK ਪਾਰਟੀ। ਤਾਂ 11ਵਾਂ ਕੁਐਸਚਨ, ਚਿਪਕੋ ਅੰਦੋਲਨ ਤੋਂ ਕੀ ਭਾਵ ਹੈ ਜੀ। ਤਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਜੀ ਚਿਪਕੋ ਅੰਦੋਲਨ, ਜੋ ਕਿ ਦਰਖਤਾਂ ਨਾਲ ਸੰਬੰਧਿਤ ਹੈਗਾ ਜੀ, ਕਿ ਦਰਖਤਾਂ ਨੂੰ ਅਤੇ ਜੰਗਲਾਂ ਦੀ ਜਿਹੜੀ ਸੁਰੱਖਿਆ ਸੀਗੀ ਜੀ, ਜਿਸ ਵਿੱਚ ਲੋਕ ਦਰਖਤਾਂ ਨਾਲ ਚਿੰਬੜ ਕੇ ਜਿਹੜੇ ਦਰਖਤਾਂ ਨੂੰ ਬਚਾਉਂਦੇ ਸਨ ਜੀ। ਤਾਂ ਇਹ ਹੈਗਾ ਜੀ ਇਸ ਦਾ ਕੋਈ ਸਹੀ ਆਨਸਰ ਹੈਗਾ ਜੀ ਬੀ। ਤਾਂ ਇਸ ਤੋਂ ਬਾਅਦ ਹੈਗਾ ਜੀ 12ਵਾਂ ਕੁਐਸਚਨ, ਜਿਸ ਵਿੱਚ ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪਾਈ ਜਾਂਦੀ ਹੈ ਜੀ। ਤਾਂ ਤੁਹਾਨੂੰ ਪਤਾ ਹੀ ਹੋਵੇਗਾ ਜੀ ਕਿ ਸਾਡੇ ਹੁਣ ਭਾਰਤ ਵਿੱਚ ਕਈ ਪਾਰਟੀਆਂ, ਜਿਵੇਂ ਹੈਗਾ ਜੀ ਬਹੁ ਪਾਰਟੀ ਪ੍ਰਣਾਲੀ ਸਿਸਟਮ ਪਾਇਆ ਜਾਂਦਾ ਜੀ, ਜਿਸ ਵਿੱਚ ਕਈ ਪਾਰਟੀਆਂ ਆਪਸ ਵਿੱਚ ਮਿਲ ਕੇ ਜਿਹੜੀਆਂ ਸਰਕਾਰ ਬਣਾਉਂਦੀਆਂ ਜੀ। ਔਰ 1977 ਤੋਂ ਪਹਿਲਾਂ ਜਿਹੜਾ ਇੱਕ ਹੀ ਪਾਰਟੀ ਜਿਹੜੀ ਪਾਈ ਜਾਂਦੀ ਸੀ, ਜਿਸ ਵਿੱਚ ਇਕੱਲੀ ਕਾਂਗਰਸ ਹੀ ਜਿਹੜੀ
ਆਪਣੇ ਰਾਜ ਕਰਦੀ ਸੀ ਔਰ ਇਸ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਜੀ ਔਰ ਸਾਰੀਆਂ ਪਾਰਟੀਆਂ ਨੂੰ ਜਿਹੜਾ ਸਾਰੀਆਂ ਪਾਰਟੀਆਂ ਨੂੰ ਆਪਸ ਵਿੱਚ ਮਿਲ ਕੇ ਹੀ ਜਿਹੜਾ ਸਰਕਾਰ ਬਣਾਉਂਦੀਆਂ ਜੀ। ਤਾਂ ਇਸ ਵਿੱਚ ਬਹੁ ਪਾਰਟੀ ਪ੍ਰਣਾਲੀ ਜਿਹੜਾ ਹੁਣ ਪਾਈ ਜਾਂਦੀ ਹੈ ਜੀ ਭਾਰਤ ਵਿੱਚ, ਅਤੇ ਇਸ ਦਾ ਸਹੀ ਆਨਸਰ ਹੈਗਾ ਸੀ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਨਾਰਾ ਗਰੀਬੀ ਹਟਾਓ ਦਾ ਨਾਰਾ ਕਿਸ ਨੇ ਚੁੱਕਿਆ ਸੀਗਾ ਜੀ। ਤਾਂ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਜਦੋਂ ਇੰਦਰਾ ਗਾਂਧੀ ਜੀ ਜਦੋਂ ਹਾਰ ਹੋਈ ਸੀਗੀ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਗਰੀਬੀ ਹਟਾਓ ਦਾ ਨਾਰਾ ਲਾਇਆ ਸੀ ਜੀ। ਔਰ ਇਸ ਤੋਂ ਬਾਅਦ ਜਦੋਂ ਵੋਟਾਂ ਆਈਆਂ ਤਾਂ ਇੰਦਰਾ ਗਾਂਧੀ ਨੂੰ ਬਹੁਤ ਜਿਹੜੀ ਵੋਟਾਂ ਪਈਆਂ ਜੀ ਔਰ ਉਹ ਇਸ ਨਾਰੇ ਕਰਕੇ ਸੀ ਜੀ, ਨਾਰੇ ਕਰਕੇ ਹੀ ਪਈਆਂ ਸੀ ਜੀ, ਜਿਸ ਨੇ ਜਿਹੜਾ ਨਾਰਾ ਉਹਨਾਂ ਨੇ ਦਿੱਤਾ ਜੀ ਗਰੀਬੀ ਹਟਾਓ। ਔਰ ਲੋਕ ਇਹਨਾਂ ਦੇ ਜਿਹੜੇ ਨਾਰੇ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਜੀ। ਔਰ ਇਸ ਤੋਂ ਬਾਅਦ 14ਵਾਂ ਕੁਐਸਚਨ ਜੀ, ਜਿਸ ਵਿੱਚ ਕਿਹਾ ਗਿਆ ਜੀ ਉਕਤੀ ਆਇਆ ਰਾਮ ਔਰ ਗਿਆ ਰਾਮ ਕਿਹੜੇ ਰਾਜ ਨਾਲ ਸੰਬੰਧਿਤ ਹੈਗੀ ਹੈ ਜੀ। ਔਰ ਜਿਵੇਂ ਅਸੀਂ ਵੇਖਿਆ ਹੈ ਕਿ ਆਇਆ ਰਾਮ ਗਿਆ ਰਾਮ ਜਿਸ ਨੂੰ 10ਵੀਂ ਅਨੁਸੂਚੀ ਵਿੱਚ ਸ਼ਾਮਲ ਹੈਗਾ ਜੀ, ਜਿਹੜਾ ਇਹ ਕੇਸ ਹੈਗਾ ਜੀ 10ਵੀਂ ਸੂਚੀ ਵਿੱਚ ਸੰਬੰਧਿਤ ਹੈਗਾ ਔਰ ਜਿਸ ਨੂੰ ਕਿ ਆਇਆ ਰਾਮ ਔਰ ਗਿਆ ਰਾਮ ਨਾਲ ਸੰਬੰਧਿਤ ਹੈਗਾ ਜੀ, ਜਿਸ ਨੂੰ ਕਿ ਦਲ ਬਦਲੀ ਕਾਨੂੰਨ ਵੀ ਕਿਹਾ ਜਾਂਦਾ ਹੈਗਾ। ਔਰ ਇਹ ਜਿਹੜਾ ਕਾਨੂੰਨ ਹੈਗਾ ਜੀ ਇਹ ਹੈਗਾ ਜੀ 14ਵੀਂ ਦਾ ਕੁਐਸਚਨ ਹੈਗਾ ਸਾਡਾ ਜੀ, ਇਹ ਹਰਿਆਣੇ ਨਾਲ ਸੰਬੰਧਿਤ ਹੈਗਾ ਜੀ। ਤਾਂ ਇਹ ਹਰਿਆਣੇ ਦਾ ਨਾਰਾ ਲਿਆ ਜੀ, ਹਰਿਆਣੇ ਦੇ ਲੋਕਾਂ ਨੇ ਬਣਾਇਆ ਜੀ ਇਸ ਨਾਰੇ ਨੂੰ, ਜਿਸ ਵਿੱਚ ਕਿਹਾ ਗਿਆ ਆਇਆ ਰਾਮ ਔਰ ਗਿਆ ਰਾਮ। ਔਰ ਇਸ ਤੋਂ ਬਾਅਦ ਹੈ ਜੀ 15ਵਾਂ ਕੁਐਸਚਨ, ਤਾਂ ਇਸ ਵਿੱਚ ਕਿਹਾ ਗਿਆ ਕਿ 1977 ਵਿੱਚ ਕੇਂਦਰ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀ ਜੀ। ਤਾਂ ਤੁਹਾਨੂੰ ਦੱਸ ਦਈਏ ਕਿ 1977 ਵਿੱਚ ਜਿਹੜਾ ਕੇਂਦਰ ਕਾਂਗਰਸ ਦੀ ਹਾਰ ਹੋਈ ਸੀ ਜੀ ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸਰਕਾਰ ਬਣਾਈ ਸੀ ਔਰ ਜੋ ਕਿ ਜ਼ਿਆਦਾ ਦੇਰ ਤੱਕ ਨਹੀਂ ਚੱਲ ਪਾਈ ਜੀ। ਔਰ ਇਸ ਕਰਕੇ ਇਸ ਜਨਤਾ ਪਾਰਟੀ ਦੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀਗਾ ਜੀ ਔਰ ਫਿਰ ਦੁਬਾਰਾ ਚੋਣਾਂ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਜਿਹੜੀ ਬਣ ਗਈ ਸੀ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਸਮੁੱਚੇ ਇਨਕਲਾਬ ਨਾਲ ਕੌਣ ਸੰਬੰਧਿਤ ਹੈਗਾ ਜੀ। ਤਾਂ ਇਹ ਹੈਗਾ ਜੀ ਸਾਡੇ ਜੈ ਪ੍ਰਕਾਸ਼ ਨਾਰਾਇਣ ਜੀ, ਜੋ ਕਿ ਸਮੁੱਚੇ ਇਨਕਲਾਬ ਦੀ ਗੱਲ ਕਰਦੇ ਹੈਗੇ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਲੋਕ ਸਭਾ ਚੋਣਾਂ 2014 ਵਿੱਚ ਜਿਹੜਾ ਬੀਜੇਪੀ ਨੂੰ ਪ੍ਰਾਪਤ ਵੋਟਾਂ ਦਾ ਪ੍ਰਤੀਸ਼ਤ ਦੱਸੋ ਜੀ। ਤਾਂ ਇਹ ਹੈਗਾ ਜੀ 17ਵੇਂ ਕੁਐਸਚਨ ਦਾ ਆਨਸਰ ਹੈਗਾ ਜੀ ਸੀ 31.5 ਜਿਹੜਾ ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਜੀ ਬੀਜੇਪੀ ਪਾਰਟੀ ਨੂੰ। ਤਾਂ ਇਸ ਤੋਂ ਬਾਅਦ ਹੈਗਾ ਜੀ ਭਾਰਤ ਦੇ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ਜੀ। ਤਾਂ ਤੁਹਾਨੂੰ ਪਤਾ ਹੀ ਹੋਵੇਗਾ ਜੀ ਕਿ 1966 ਵਿੱਚ ਪੰਜਾਬ ਦਾ ਜਿਹੜਾ ਗਠਨ ਹੋਇਆ ਜੀ ਔਰ ਪੰਜਾਬ ਨੂੰ ਹਰਿਆਣਾ ਨਾਲੋਂ ਅਲੱਗ ਕਰ ਦਿੱਤਾ ਗਿਆ ਜੀ। ਔਰ ਇਸ ਵਿੱਚ ਇੱਕ ਨਵਾਂ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਵੀ ਕੱਢ ਦਿੱਤਾ ਗਿਆ ਜੀ ਪੰਜਾਬ ਵਿੱਚੋਂ। ਤਾਂ ਹਰਿਆਣਾ 1966 ਵਿੱਚ ਪੰਜਾਬ ਔਰ ਹਰਿਆਣਾ 1966 ਵਿੱਚ ਜਿਹੜਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕਰ ਦਿੱਤਾ ਗਿਆ ਜੀ। ਜੋ ਲੋਕ ਹਰਿਆਣਵੀ ਬੋਲਦੇ ਸਨ ਉਹਨਾਂ ਨੂੰ ਹਰਿਆਣੇ ਵਿੱਚ ਕਰ ਦਿੱਤਾ ਗਿਆ ਜੀ ਔਰ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬੀ ਬੋਲਦੇ ਸਨ ਜੀ ਉਹ ਉਹਨਾਂ ਨੂੰ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ। ਔਰ ਇਸ ਤੋਂ ਬਾਅਦ ਹੈਗਾ ਜੀ 19ਵਾਂ ਕੁਐਸਚਨ ਕਿ ਅਨੰਦਪੁਰ ਸਾਹਿਬ ਦਾ ਮਤਾ ਜ਼ੋਰ ਦਿੰਦਾ ਹੈਗਾ ਜੀ। ਤਾਂ ਇਹ ਜ਼ੋਰ ਦਿੰਦਾ ਹੈਗਾ ਜੀ ਰਾਜ ਨੂੰ ਜ਼ਿਆਦਾ ਸਵਾਧੀਨਤਾ ਦੇ ਉੱਪਰ ਜਿਹੜਾ ਜ਼ੋਰ ਦਿੰਦਾ ਜੀ ਅਨੰਦਪੁਰ ਸਾਹਿਬ ਦਾ ਮਤਾ ਜੀ। ਤਾਂ ਇਸ ਤੋਂ ਬਾਅਦ ਹੈਗਾ ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਕਿਸ ਪਾਰਟੀ ਨਾਲ ਸੰਬੰਧਿਤ ਸਨ। ਤਾਂ ਇਹ ਸਨ ਜੀ ਤੁਹਾਨੂੰ ਪਤਾ ਹੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਤਾਂ ਇਹਨਾਂ ਵਿੱਚੋਂ ਜਿਹੜਾ ਇਸ ਦਾ ਆਨਸਰ ਹੈਗਾ ਜੀ 20 ਦਾ ਇਹ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਨ ਜੀ ਲੌਂਗੋਵਾਲ ਜੀ। ਔਰ ਇਸ ਤੋਂ ਬਾਅਦ ਹੈਗਾ ਜੀ 21ਵਾਂ ਕੁਐਸਚਨ ਕਿ ਕਿਸ ਪਾਰਟੀ ਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ। ਤਾਂ ਇਸ ਕੁਐਸਚਨ ਦਾ ਆਨਸਰ ਵੀ 20 ਆਵੇਗਾ ਜੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਹੈਗਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਧਰਮ ਯੁੱਧ ਦੇ ਮੋਰਚੇ ਦੀ ਸ਼ੁਰੂਆਤ ਕੀਤੀ ਸੀਗੀ। ਇਸ ਤੋਂ ਬਾਅਦ ਹੈਗਾ ਜੀ 22ਵਾਂ ਕੁਐਸਚਨ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨਹੀਂ ਹੈ ਜੀ। ਤਾਂ ਪੰਜਾਬ ਦੇ ਵਿੱਚ ਪਾਰਟੀ ਹੈ ਆਪਣੀ ਬਹੁਜਨ ਸਮਾਜ ਪਾਰਟੀ ਵੀ ਹੈਗੀ ਜੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਹੈਗੀ ਜੀ, ਭਾਰਤੀ ਜਨਤਾ ਪਾਰਟੀ ਵੀ ਹੈਗੀ ਜੀ ਔਰ ਪੀਪਲ ਪਾਰਟੀ ਆਫ ਪੰਜਾਬ ਇਹ ਪਾਰਟੀ ਨਹੀਂ ਹੈਗੀ ਜੀ। ਔਰ ਇਹ ਪਹਿਲਾਂ ਦਾ ਕੁਐਸਚਨ ਹੈਗਾ ਜੀ, ਪਹਿਲਾਂ ਦਾ ਪੇਪਰ ਹੈਗਾ ਜਦੋਂ ਹੁਣ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾ ਲਈ ਹੈਗੀ ਜੀ। ਔਰ ਇਹ ਪਹਿਲਾਂ ਦਾ ਕੁਐਸਚਨ ਹੋਵੇਗਾ ਤਾਂ ਕਰਕੇ ਇਸ ਦਾ ਸਹੀ ਆਨਸਰ ਹੋਵੇਗਾ ਜੀ ਬੀ। ਤਾਂ 23ਵਾਂ ਕੁਐਸਚਨ ਹੈਗਾ ਜੀ ਪੰਜਾਬ ਦੀ ਰਾਜਨੀਤੀ ਵਿੱਚ ਕਿਹੜੀ ਪਾਰਟੀ ਨਵੀਂ ਹੈਗੀ ਜੀ। ਤਾਂ ਇਹ ਸਾਰਿਆਂ ਨੂੰ ਪਤਾ ਹੀ ਹੋਵੇਗਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਸੁੱਚਾ ਸਿੰਘ ਛੋਟੇਪੁਰ ਕਿਸ ਪਾਰਟੀ ਨਾਲ ਸੰਬੰਧਿਤ ਹੈਗੇ ਜੀ। ਤਾਂ ਇਹ ਹੈਗਾ ਜੀ ਇਹ ਵੀ ਆਪ ਨਾਲ
ਆਪ ਪਾਰਟੀ ਨਾਲ ਸੰਬੰਧਿਤ ਹੈਗੇ ਜੀ ਸੁੱਚਾ ਸਿੰਘ ਛੋਟੇਪੁਰ। ਔਰ ਇਸ ਤੋਂ ਬਾਅਦ ਹੈਗਾ ਜੀ ਬਲਵੰਤ ਰਾਏ ਮਹਿਤਾ ਜੀ। ਬਲਵੰਤ ਰਾਏ ਜੀ ਮਹਿਤਾ ਰਿਪੋਰਟ ਕਿਸ ਨਾਲ ਸੰਬੰਧਿਤ ਹੈਗੀ ਜੀ? ਤਾਂ ਇਹ ਹੈਗੀ ਜੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈਗੇ ਜੀ। 25ਵੇਂ ਦਾ ਬੀ ਆਂਸਰ ਹੈ ਜੀ, ਪੰਚਾਇਤੀ ਰਾਜ ਨਾਲ ਸੰਬੰਧਿਤ ਹੈਗੇ ਬਲਵੰਤ ਰਾਏ ਰਿਪੋਰਟ ਜੀ। ਤਾਂ 26ਵਾਂ ਕੁਐਸਚਨ ਹੈਗਾ ਜੀ ਕਿਹੜੀ ਧਾਰਨਾ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈਗੀ ਹੈ ਜੀ? ਸਮਾਜਵਾਦ ਨਾਲ ਨਹੀਂ ਹੋ ਸਕਦੀ ਜੀ, ਸੰਘਵਾਦ ਨਾਲ ਨਹੀਂ, ਪੂੰਜੀਵਾਦ ਨਾਲ ਨਹੀਂ ਹੋ ਸਕਦੀ ਜੀ, ਕਿਉਂਕਿ ਇਹ ਮਾਰਕਸਵਾਦੀ ਕਹਿੰਦੇ ਸਨ। ਔਰ ਇਹ ਸਹੀ, ਇਸ ਦਾ ਸਹੀ ਆਂਸਰ ਹੋਵੇਗਾ ਜੀ ਟੀ, ਜਾਣੀ ਕਿ ਟਰਸਟੀਸ਼ਿਪ, ਅਮਾਨਤਾਦਾਰੀ। ਠੀਕ ਹੈ ਜੀ। ਤਾਂ 27ਵਾਂ ਕੁਐਸਚਨ ਹੈਗਾ ਜੀ ਕਿ ਉਦਾਰਵਾਦ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੀ ਸਥਿਤੀ ਕੀ ਹੈ ਜੀ? ਤਾਂ ਉਦਾਰਵਾਦ ਵਿੱਚ ਜਿਹੜਾ ਖੁਦਗਰਜ਼ ਹਸਤੀ ਨਹੀਂ ਹੋ ਸਕਦਾ ਜੀ, ਆਜ਼ਾਦ ਵਿਅਕਤੀ ਨਹੀਂ ਹੋ ਸਕਦਾ ਜੀ, ਅੰਧ ਵਿਸ਼ਵਾਸੀ ਵਿਅਕਤੀ ਵੀ ਨਹੀਂ ਹੋ ਸਕਦਾ ਜੀ। ਤਾਂ ਇਸ ਦਾ ਸਹੀ ਆਂਸਰ ਹੋਵੇਗਾ ਜੀ ਵਿਵੇਕਸ਼ੀਲ ਨਾਗਰਿਕ। ਕਿਉਂਕਿ ਉਦਾਰਵਾਦ ਵਿੱਚ ਕਿਸੇ ਵੀ ਖੁਦਗਰਜ਼ੀ ਜਾਂ ਕਿਸੇ ਆਜ਼ਾਦ ਜਾਂ ਅੰਧ ਵਿਸ਼ਵਾਸੀ ਵਿਅਕਤੀ ਦੀ ਗੱਲ ਨਹੀਂ ਕੀਤੀ ਗਈ ਜੀ, ਉਸ ਵਿੱਚ ਵਿਵੇਕਸ਼ੀਲ ਨਾਗਰਿਕ ਦੀ ਗੱਲ ਕੀਤੀ ਗਈ ਹੈਗੀ ਆ। ਇਸ ਤੋਂ ਬਾਅਦ ਹੈਗਾ ਜੀ 28ਵਾਂ ਕੁਐਸਚਨ ਵਰਗ ਸੰਘਰਸ਼ ਨਾਲ ਸੰਬੰਧਿਤ ਧਾਰਨਾ ਜੀ। ਤਾਂ ਇਹ ਸਭ ਨੂੰ ਪਤਾ ਹੀ ਹੋਵੇਗਾ ਜੀ, ਵਰਗ ਸੰਘਰਸ਼ ਦੀ ਗੱਲ ਕਰਦੇ ਹੈਗੇ ਆ ਕਾਰਲ ਮਾਰਕਸ। ਔਰ ਇਸ ਤੋਂ ਬਾਅਦ ਹੈ ਜੀ 29ਵਾਂ ਕੁਐਸਚਨ ਕਿ ਵਿਗਿਆਨਕ ਸਮਾਜਵਾਦ 'ਤੇ ਕਿਸ ਨੇ ਧਿਆਨ ਕੇਂਦਰਿਤ ਕੀਤਾ ਸੀ ਜੀ? ਤਾਂ ਵਿਗਿਆਨਕ ਸਮਾਜਵਾਦ ਉੱਪਰ ਧਿਆਨ ਕੇਂਦਰਿਤ ਕੀਤਾ ਸੀ ਜੀ ਸਾਡੇ ਆਪਣੇ ਕਾਰਲ ਮਾਰਕਸ ਨੇ ਜੀ। ਕਾਰਲ ਮਾਰਕਸ ਕਹਿੰਦੇ ਸੀ ਕਿ ਵਿਗਿਆਨਕ ਸਮਾਜਵਾਦ ਹੋਣਾ ਚਾਹੀਦਾ ਜੀ। ਤਾਂ 30ਵਾਂ ਕੁਐਸਚਨ ਹੈਗਾ ਜੀ ਕਾਰਲ ਮਾਰਕਸ ਦਾ ਕਰੀਬੀ ਸਹਿਯੋਗੀ ਕੌਣ ਸੀ ਜੀ? ਤਾਂ ਕਾਰਲ ਮਾਰਕਸ ਦਾ ਕਰੀਬੀ ਸਹਿਯੋਗੀ ਸਨ ਜੀ, ਇਸ ਦਾ ਇਹ ਆਂਸਰ ਹੋਵੇਗਾ ਜੀ ਐਫ ਐਂਜਲਸ। ਇਹ ਕਰੀਬੀ ਸਹਿਯੋਗੀ ਸਨ ਉਹਨਾਂ ਦੇ ਜੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਰਲ ਮਾਰਕਸ ਨਾਲ 4-5 ਕੁਐਸਚਨ ਆ ਚੁੱਕਿਆ ਜੀ ਹੁਣ ਤੱਕ। ਤਾਂ ਤੁਸੀਂ ਕਾਰਲ ਮਾਰਕਸ ਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਿਓ ਜੀ। ਬਾਕੀ ਅਸੀਂ ਵੀ ਕਾਰਲ ਮਾਰਕਸ ਦੇ ਉੱਪਰ ਇੱਕ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਜੀ। ਔਰ 31ਵਾਂ ਕੁਐਸਚਨ ਹੈਗਾ ਜੀ ਕਿ ਹਿੰਦ ਸਵਰਾਜ ਦੇ ਲੇਖਕ ਦੀ ਪਹਿਚਾਣ ਕਰੋ। ਤਾਂ ਹਿੰਦ ਸਵਰਾਜ ਦੇ ਲੇਖਕ ਸਨ ਜੀ MK ਗਾਂਧੀ ਜੀ, ਮਹਾਤਮਾ ਗਾਂਧੀ ਜੀ। ਔਰ ਇਹਨਾਂ ਦੀ ਜਿਹੜੀ ਬੁੱਕ ਹੈਗੀ ਹੈ ਜੀ ਮਾਈ ਐਕਸਪੈਰੀਮੈਂਟ ਵਿਦ ਟਰੁੱਥ ਹੈਗੀ ਹੈ ਜੀ। ਔਰ ਇਹ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆਉਂਦਾ ਰਿਹਾ ਜੀ। ਔਰ ਤੁਸੀਂ ਮਹਾਤਮਾ ਗਾਂਧੀ ਦੀਆਂ ਜਿੰਨੀਆਂ ਵੀ ਪੁਸਤਕ ਨੇ ਜੀ ਤਾਂ ਉਹਨਾਂ ਨੂੰ ਤੁਸੀਂ ਇੱਕ ਵਾਰ ਪੜ੍ਹ ਲੈਣਾ ਜੀ। ਤਾਂ ਹਿੰਦ ਸਵਰਾਜ ਇਹ ਮਹਾਤਮਾ ਗਾਂਧੀ ਨਾਲ ਸੰਬੰਧਿਤ ਹੈਗੀ ਹੈ ਜੀ। ਔਰ ਹੁਣ ਹੈਗਾ ਜੀ 32ਵਾਂ ਕੁਐਸਚਨ ਜਿਸ ਵਿੱਚ ਸਰਵੋਦਿਆ ਲੀਡਰ ਦੀ ਪਹਿਚਾਣ ਕਰੋ। ਤਾਂ ਸਰਵੋਦਿਆ ਲੀਡਰ ਹੈਗਾ ਜੀ, ਇਸ ਦਾ ਸਹੀ ਆਂਸਰ ਹੈਗਾ ਜੀ ਵਿਨੋਬਾ ਭਾਵੇ, ਜੋ ਕਿ ਸਰਵੋਦਿਆ ਲੀਡਰ ਸਨ ਜੀ। ਇਸ ਤੋਂ ਬਾਅਦ 33ਵਾਂ ਕੁਐਸਚਨ ਹੈਗਾ ਜੀ। ਤਾਂ ਇਸ ਵਿੱਚ ਮਹਾਤਮਾ ਗਾਂਧੀ ਨੇ ਆਪਣੇ ਵਿਚਾਰ ਲਏ ਸਨ ਜੀ। ਤਾਂ ਉਹਨਾਂ ਨੇ ਥੋਰੇ ਤੋਂ ਵੀ ਵਿਚਾਰ ਲਏ ਸਨ ਜੀ, ਕੁਝ ਵਿਚਾਰ ਐਮਰਸਨ ਤੋਂ ਲਏ ਸਨ, ਕੁਝ ਵਿਚਾਰ ਟੋਲਸਟਾਏ ਤੋਂ ਵੀ ਲਏ ਸਨ। ਤਾਂ ਇਸ ਤਰ੍ਹਾਂ ਇਸ ਦਾ ਸਹੀ ਆਂਸਰ ਹੋਵੇਗਾ ਜੀ ਡੀ, ਕਿ ਮਹਾਤਮਾ ਗਾਂਧੀ ਜੀ ਨੇ ਇਹਨਾਂ ਸਾਰਿਆਂ ਤੋਂ ਕੁਝ ਵਿਚਾਰ ਲਏ ਸਨ ਜੀ। ਤਾਂ ਇਸ ਤੋਂ ਬਾਅਦ 34ਵਾਂ ਕੁਐਸਚਨ ਹੈਗਾ ਜੀ ਕਿ ਭਾਰਤੀ ਸੰਸਦ ਵਿੱਚ ਕਿਹੜਾ ਸਦਨ ਉੱਪਰਲਾ ਸਦਨ ਕਹਾਉਂਦਾ ਜੀ? ਤਾਂ ਤੁਹਾਨੂੰ ਪਤਾ ਹੀ ਹੋਵੇਗਾ ਜੀ ਕਿ ਸਾਡੇ ਸੰਵਿਧਾਨ ਵਿੱਚ ਜਿਹੜਾ ਉੱਪਰਲਾ ਸਦਨ ਹੈਗਾ ਜੀ ਰਾਜ ਸਭਾ ਹੈਗਾ ਜੀ। ਔਰ ਜੇਕਰ ਹੇਠਲੇ ਸਦਨ ਹੈਗਾ ਜੀ ਉਹ ਲੋਕ ਸਭਾ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਜੀ। ਔਰ ਰਾਜ ਸਭਾ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਜੀ। ਇਸ ਤੋਂ ਬਾਅਦ ਹੈਗਾ ਜੀ ਭਾਰਤ ਦਾ ਰਾਸ਼ਟਰਪਤੀ ਕੌਣ ਹੈ ਜੀ? ਤਾਂ ਇਹ 2015-16 ਦਾ ਕੁਐਸਚਨ ਹੈਗਾ ਜੀ, ਪੇਪਰ ਹੈਗਾ ਜੀ। ਤਾਂ ਉਸ ਸਮੇਂ ਪ੍ਰਣਬ ਮੁਖਰਜੀ ਜਿਹੜੇ ਪ੍ਰੈਜ਼ੀਡੈਂਟ ਸਨ ਜੀ ਭਾਰਤ ਦੇ। ਔਰ ਇਸ ਤੋਂ ਬਾਅਦ ਹੈਗਾ ਜੀ 36ਵਾਂ ਕੁਐਸਚਨ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਉਲੇਖ ਕਰੋ। ਤਾਂ ਇਹ ਸਭ ਨੂੰ ਪਤਾ ਹੀ ਹੋਵੇਗਾ ਜੀ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਡਾਕਟਰ ਰਾਜਿੰਦਰ ਪ੍ਰਸਾਦ ਜੀ। ਤਾਂ ਇਸ ਦਾ ਸਹੀ ਆਂਸਰ ਹੈਗਾ ਜੀ ਸੀ। ਇਸ ਤੋਂ ਬਾਅਦ ਹੈਗਾ ਜੀ ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ ਕੀ ਹੈਗਾ ਜੀ? ਤਾਂ ਇਹ ਵੀ ਸਾਰਿਆਂ ਨੂੰ ਪਤਾ ਹੀ ਹੋਵੇਗਾ ਜੀ। ਇਸ ਦੀ ਰਾਸ਼ਟਰਪਤੀ ਨਾਲ ਸੰਬੰਧਿਤ ਵੀਡੀਓ ਸਾਡੇ ਚੈਨਲ ਵਿੱਚ ਹੈਗੀ ਹੈ ਜੀ। ਤਾਂ ਤੁਸੀਂ ਮਾਸਟਰ ਕੇਡਰ ਐਗਜ਼ਾਮ ਦੇ ਸਾਰੇ ਪੇਪਰ ਨੂੰ ਅਸੀਂ ਕਵਰ ਕੀਤਾ ਜੀ ਸਾਡੇ ਚੈਨਲ ਉੱਪਰ। ਤਾਂ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋ ਜੀ। ਔਰ ਸਹੀ ਵਧੀਆ ਢੰਗ ਨਾਲ ਜਿਹੜਾ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ। ਤਾਂ ਇਸ ਦਾ ਸਹੀ ਆਂਸਰ ਹੈਗਾ ਜੀ 5 ਸਾਲ। ਭਾਰਤ ਦੇ ਰਾਸ਼ਟਰਪਤੀ ਦਾ 5 ਸਾਲ ਆਪਣੀ ਪਦਵੀ ਉੱਪਰ ਰਹਿੰਦਾ ਜੀ। ਔਰ 38ਵਾਂ ਕੁਐਸਚਨ ਹੈਗਾ ਜੀ ਕਿ ਸੰਵਿਧਾਨ ਦਾ ਕਿਹੜਾ ਆਰਟੀਕਲ ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਨਾਲ ਸੰਬੰਧਿਤ ਹੈਗਾ ਜੀ? ਤਾਂ ਇਸ ਦਾ ਸਹੀ ਆਂਸਰ ਹੋਵੇਗਾ ਜੀ ਸੀ ਜੀ। ਤਾਂ ਇਸ ਵਿੱਚ ਆਰਟੀਕਲ 61 ਦੇ ਅਨੁਸਾਰ ਜਿਹੜਾ ਭਾਰਤ ਦੇ ਰਾਸ਼ਟਰਪਤੀ ਉੱਪਰ ਮਹਾਦੋਸ਼ ਜਿਹੜਾ ਲਗਾਇਆ ਜਾਂਦਾ ਜੀ। ਔਰ ਮਹਾਦੋਸ਼ ਤੋਂ ਬਾਅਦ
ਰਾਸ਼ਟਰਪਤੀ ਨੂੰ ਹਟਾਇਆ ਵੀ ਜਾ ਸਕਦਾ ਜੀ, ਜੇਕਰ ਉਸ ਨੂੰ ਦੋਵੇਂ ਸਦਨਾਂ ਦੁਆਰਾ ਮਾਨਤਾ ਮਿਲ ਜਾਵੇ ਜੀ ਮਹਾਂਦੂਸ਼ਿਤ ਨੂੰ। ਔਰ ਇਸ ਤੋਂ ਬਾਅਦ ਹੈਗਾ ਜੀ 39ਵਾਂ ਕੁਐਸਚਨ ਕਿ ਭਾਰਤ ਦਾ ਰਾਸ਼ਟਰਪਤੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਦੇ ਅਧੀਨ ਆਪਾਤਕਾਲੀਨ ਸ਼ਕਤੀਆਂ ਦੀ ਜਿਹੜੀ ਆਪਾਤਕਾਲੀਨ ਸ਼ਕਤੀਆਂ, ਜਿਸ ਵਿੱਚ ਇਹ ਸਾਰੀਆਂ ਆਪਾਤਕਾਲੀਨ ਸ਼ਕਤੀਆਂ ਜੀ 352, 356 ਔਰ 360 ਜੀ। ਤਾਂ 360 ਦੇ ਅਧੀਨ ਇਹ ਵਿੱਤੀ ਆਪਾਤਕਾਲੀਨ ਸ਼ਕਤੀ ਹੈ ਜੀ। 356 ਹੈਗੀ ਹੈ ਜੀ ਆਪਣੇ ਸੰਵਿਧਾਨ ਦੇ ਸੰਵਿਧਾਨਿਕ ਸੰਕਟ, ਔਰ 352 ਹੈਗਾ ਜੀ ਰਾਜ ਦੀ ਸੰਵਿਧਾਨਿਕ ਸੰਕਟ। ਤਾਂ ਇਹ ਸਾਰੇ ਇਸ ਦਾ ਸਹੀ ਆਨਸਰ ਹੋਵੇਗਾ ਜੀ ਡੀ। ਇਸ ਤੋਂ ਬਾਅਦ ਹੈਗਾ ਜੀ 40ਵਾਂ ਕੁਐਸਚਨ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ ਜੀ। ਤਾਂ ਇਸ ਦਾ ਸਹੀ ਆਨਸਰ ਹੈਗਾ ਜੀ ਚੌਧਰੀ ਚਰਨ ਸਿੰਘ। ਔਰ ਚੌਧਰੀ ਚਰਨ ਸਿੰਘ ਨੇ ਕਦੇ ਵੀ ਜਿਹੜਾ ਭਾਰਤੀ ਪ੍ਰਧਾਨ ਮੰਤਰੀ ਨੇ ਜਿਹੜਾ ਸੰਸਦ ਦਾ ਸਾਹਮਣਾ ਨਹੀਂ ਕੀਤਾ ਜੀ ਕਦੇ ਵੀ। ਤਾਂ ਅੱਜ ਦਾ ਸਾਡਾ ਜਿਹੜਾ ਵੀਡੀਓ ਸਮਾਪਤ ਹੁੰਦਾ ਜੀ। ਤਾਂ ਅਗਲੇ ਚੈਪਟਰ ਵਿੱਚ ਅਗਲੀ ਵੀਡੀਓ ਵਿੱਚ ਅਸੀਂ ਇਸ ਤੋਂ ਜਿਹੜੇ ਅਗਲੇ ਕੁਐਸਚਨ ਲੈ ਕੇ ਹਾਜ਼ਰ ਹੋਵਾਂਗੇ ਜੀ। ਔਰ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ। ਤਦ ਤੱਕ ਲਈ ਧੰਨਵਾਦ ਜੀ।